ਹੈਲੋ ਸਟੂਡੈਂਟਸ। ਹੋਰ ਬੱਚਿਓ, ਕਿਸ ਤਰ੍ਹਾਂ ਚੱਲ ਰਹੀ ਤੁਹਾਡੀ ਤਿਆਰੀ ਬੋਰਡ ਦੇ ਪੇਪਰਾਂ ਦੀ। ਅੱਜ ਅਸੀਂ 8ਵੀਂ ਜਮਾਤ ਦਾ SST ਦਾ ਮਾਡਲ ਟੈਸਟ ਪੇਪਰ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਭੇਜਿਆ ਹੈ ਉਸ ਨੂੰ ਡਿਸਕਸ ਕਰਾਂਗੇ। 3 ਘੰਟੇ ਟਾਈਮ ਹੈ ਅਤੇ ਟੋਟਲ ਮਾਰਕਸ ਨੇ 70 ਅਤੇ ਤੁਹਾਡੇ ਪੇਪਰ ਵਿੱਚ 11 ਕੁਐਸਚਨ ਆਉਣਗੇ ਅਤੇ ਸਾਰੇ ਹੀ ਲਾਜ਼ਮੀ ਨੇ। ਪੂਰੇ ਕੁਐਸਚਨ ਪੇਪਰ ਨੂੰ 4 ਭਾਗਾਂ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ MCQ ਟਾਈਪ ਆਉਣਗੇ, ਉਸ ਤੋਂ ਬਾਅਦ ਭੂਗੋਲ, ਫਿਰ ਇਤਿਹਾਸ ਅਤੇ ਫਿਰ ਨਾਗਰਿਕ ਸ਼ਾਸਤਰ ਦੇ, ਅਤੇ ਇਸ ਤੋਂ ਇਲਾਵਾ ਇੱਕ ਮੈਪ ਦਾ ਕੁਐਸਚਨ ਵੀ ਹੋਏਗਾ। ਚਲੋ ਫਿਰ ਸਟਾਰਟ ਕਰੀਏ। ਪਹਿਲਾਂ ਤੁਹਾਡੇ 15 ਨੰਬਰ ਦੇ ਆਉਣਗੇ MCQ। ਦੇਖੀਏ ਵੀ ਕੁਐਸਚਨ ਕਿਸ ਤਰ੍ਹਾਂ ਦੇ ਆਏ ਆ। ਪਹਿਲਾ, ਕਿਹੜਾ ਜੋੜਾ ਕੁਦਰਤੀ ਸਾਧਨ ਨਹੀਂ ਹੈ? ਮਿੱਟੀ, ਭੂਮੀ, ਜਲ, ਖਣਿਜ, ਮਨੁੱਖ, ਇਹ ਤਾਂ ਬੱਚਿਓ ਸਾਰੇ ਹੀ ਕੁਦਰਤੀ ਸਾਧਨ ਹੈਗੇ। ਰੇਡੀਓ ਅਤੇ TV ਮਨੁੱਖ ਦੁਆਰਾ ਬਣਾਇਆ ਗਿਆ ਹੈ, ਇਸ ਕਰਕੇ ਇਹ ਕੁਦਰਤੀ ਸਾਧਨ ਨਹੀਂ ਹੈ, ਮਨੁੱਖ ਦੁਆਰਾ ਤਿਆਰ ਕੀਤਾ ਗਿਆ ਸਾਧਨ ਹੈ। ਸੋ ਆਪਸ਼ਨ ਸੱਸਾ, ਰੇਡੀਓ ਅਤੇ TV। ਸੈਕਿੰਡ, ਕਿਹੜਾ ਜਲ ਦਾ ਕੁਦਰਤੀ ਸਰੋਤ ਨਹੀਂ ਹੈ? ਵਰਖਾ, ਦਰਿਆ ਅਤੇ ਜ਼ਮੀਨਦੋਜ਼ ਜਲ, ਅੰਡਰਗਰਾਊਂਡ ਵਾਟਰ, ਇਹ ਤਾਂ ਬੱਚਿਓ ਸਾਰੇ ਕੁਦਰਤੀ ਸਰੋਤ ਨੇ ਜਲ ਦੇ। ਪਾਣੀ ਵਾਲੀ ਟੈਂਕੀ ਜਿਹੜੀ ਹੈ ਨਾ, ਇਹ ਕੁਦਰਤੀ ਸਰੋਤ ਨਹੀਂ ਹੈ। ਤੀਸਰਾ, ਕਿਹੜੀ ਫਸਲ ਅਨਾਜ ਨਹੀਂ ਹੈ? ਝੋਨਾ ਵੀ ਅਨਾਜ ਹੈ, ਕਣਕ ਵੀ ਅਨਾਜ ਹੈ ਅਤੇ ਮੱਕੀ ਵੀ ਅਨਾਜ ਹੈ। ਪਟਸਨ ਅਨਾਜ ਫਸਲ ਨਹੀਂ ਹੈ। ਪਟਸਨ ਤੋਂ ਬੋਰੀਆਂ, ਟਾਟ, ਗਲੀਚੇ, ਰੱਸੀਆਂ, ਇਹ ਚੀਜ਼ਾਂ ਬਣਦੀਆਂ। ਕਿਹੜੀ ਆਫਤ ਕੁਦਰਤੀ ਹੈ? ਸੁਨਾਮੀ ਕੁਦਰਤੀ ਆਫਤ ਹੈ। ਜੰਗ, ਦਹਿਸ਼ਤਵਾਦ, ਸਨਅਤੀ ਹਾਦਸੇ, ਇਹ ਕੁਦਰਤੀ ਆਫਤਾਂ ਨਹੀਂ ਹੈਗੀਆਂ, ਇਹ ਮਨੁੱਖੀ ਆਫਤਾਂ ਨੇ। ਪੰਜਵਾਂ, ਕਿਹੜਾ ਤੱਤ ਊਰਜਾ ਦਾ ਸਾਧਨ ਨਹੀਂ ਹੈ? ਕੋਲੇ ਤੋਂ ਵੀ ਊਰਜਾ ਪ੍ਰਾਪਤ ਹੁੰਦੀ ਹੈ, ਪੈਟਰੋਲ ਤੋਂ ਵੀ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਕੁਦਰਤੀ ਗੈਸ ਤੋਂ ਵੀ ਊਰਜਾ ਪ੍ਰਾਪਤ ਹੁੰਦੀ ਹੈ। ਸੋ ਇਹਦਾ ਆਨਸਰ ਆਏਗਾ ਲੋਹਾ। ਛੇਵਾਂ, ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਹੁੰਦਾ ਹੈ? ਐਂਥ੍ਰੇਸਾਈਟ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੁੰਦਾ ਹੈ। ਅਤੇ ਚਲੋ ਇਹਦੇ ਨਾਲ ਹੀ ਦੱਸ ਦਿਓ ਕਿ ਸਭ ਤੋਂ ਘਟੀਆ ਕਿਸਮ ਦਾ ਕੋਲਾ ਕਿਹੜਾ ਹੁੰਦਾ? ਪੀਟ। ਯੈਸ। ਸੱਤਵਾਂ, ਕਿਹੜਾ ਸਾਧਨ ਇਤਿਹਾਸ ਦਾ ਅਜੋਕਾ ਸਾਧਨ ਨਹੀਂ ਹੈ? ਸ਼ਿਲਾਲੇਖ। ਸ਼ਿਲਾਲੇਖ ਜਿਹੜੇ ਨੇ ਪੁਰਾਤੱਤਵ ਸੰਬੰਧੀ ਸੋਮੇ ਨੇ। ਪੁਸਤਕਾਂ, ਸਰਕਾਰੀ ਦਸਤਾਵੇਜ਼ ਅਤੇ ਅਖਬਾਰਾਂ ਅਤੇ ਰਸਾਲੇ, ਇਹ ਆਧੁਨਿਕ ਸਾਧਨ ਹੈਗੇ ਆ, ਇਤਿਹਾਸ ਦੇ ਅਜੋਕੇ ਸਾਧਨ ਨੇ। ਸੋ ਇਹਦਾ ਆਨਸਰ ਹੈ ਸ਼ਿਲਾਲੇਖ। ਅੱਠਵਾਂ, ਬਿਰਸਾ ਮੁੰਡਾ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਆਰੰਭਿਆ ਸੀ? ਸੋ ਬਿਰਸਾ ਮੁੰਡਾ ਦਾ ਸੰਬੰਧ ਜਿਹੜਾ ਸੀ ਇਹ ਛੋਟਾ ਨਾਗਪੁਰ ਨਾਲ ਸੀ। ਸੋ ਆਨਸਰ ਇਜ਼ ਛੋਟਾ ਨਾਗਪੁਰ। ਨੌਵਾਂ, ਕਿਹੜਾ ਆਗੂ ਸੰਨ 1857 ਦੇ ਵਿਦਰੋਹ ਨਾਲ ਸੰਬੰਧਿਤ ਨਹੀਂ ਹੈ? ਰਾਣੀ ਲక్ష్ਮੀ ਬਾਈ ਦਾ ਸੰਬੰਧ ਹੈ, ਤਾਂਤਿਆ ਟੋਪੇ ਦਾ ਵੀ ਹੈ ਅਤੇ ਨਾਨਾ ਸਾਹਿਬ ਦਾ ਵੀ ਹੈ। ਸੋ ਇਹਦਾ ਆਨਸਰ ਹੈਗਾ ਮਹਾਰਾਣਾ ਪ੍ਰਤਾਪ। 10ਵਾਂ, ਕਿਹੜਾ ਆਗੂ ਭਾਰਤੀ ਸੁਧਾਰਵਾਦੀ ਲਹਿਰ ਦਾ ਹਿੱਸਾ ਨਹੀਂ ਹੈ? ਸੋ ਇਹ 3 ਤਾਂ ਸਮਾਜ ਸੁਧਾਰਕ ਸੀਗੇ, ਰਾਜਾ ਰਾਮ ਮੋਹਨ ਰਾਏ, ਐਨੀ ਬੇਸੈਂਟ ਅਤੇ ਈਸ਼ਵਰ ਚੰਦਰ ਵਿਦਿਆਸਾਗਰ। ਇਹ ਉਹ ਹਿਊਮ ਜਿਹੜੇ ਸੀ, ਇਹਨਾਂ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ ਸੀ 1885 ਵਿੱਚ। ਸੋ ਇਹਨਾਂ ਦਾ ਭਾਰਤੀ ਸੁਧਾਰਵਾਦੀ ਲਹਿਰ ਨਾਲ ਕੋਈ ਸੰਬੰਧ ਨਹੀਂ ਹੈ। ਸੋ ਇਹ ਇਹਦਾ ਆਨਸਰ ਹੈ ਉਹ ਹਿਊਮ। ਨੈਕਸਟ, ਸੱਤਿਆ ਸ਼ੋਧਕ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਜਿਓਤੀਬਾ ਫੂਲੇ ਨੇ ਕੀਤੀ ਸੀ ਬਈ। 12ਵਾਂ, ਸ਼ਾਹਜਹਾਨਾਬਾਦ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਹੈ? ਦਿੱਲੀ ਦਾ। 13ਵਾਂ, ਭਾਰਤ ਦਾ ਸੰਵਿਧਾਨ ਕਿਸ ਮਿਤੀ ਨੂੰ ਤਿਆਰ ਹੋਇਆ? ਇਹ ਪ੍ਰਸ਼ਨ ਧਿਆਨ ਨਾਲ ਪੜ੍ਹਨਾ ਵੀ ਪੇਪਰ 'ਚ, ਕਿ ਭਾਰਤ ਦਾ ਸੰਵਿਧਾਨ ਕਿਸ ਮਿਤੀ ਨੂੰ ਤਿਆਰ ਹੋਇਆ, ਕਿਸ ਮਿਤੀ ਨੂੰ ਲਾਗੂ ਹੋਇਆ। ਦੋਨੋਂ ਅਲੱਗ ਡੇਟਸ ਨੇ। ਤਿਆਰ ਹੋਇਆ ਸੀ 26 ਨਵੰਬਰ 1949 ਨੂੰ। ਇਹਦਾ ਆਨਸਰ ਹੈ 26 ਨਵੰਬਰ 1949। ਅਤੇ ਜੇ ਆਵੇ ਕਿ ਸੰਵਿਧਾਨ ਲਾਗੂ ਕਦੋਂ ਹੋਇਆ ਤਾਂ ਫਿਰ ਕਹਿਣਾ ਵਾ 26 ਜਨਵਰੀ 1950 ਨੂੰ। ਓਕੇ। ਸੋ ਇਹ ਦੋ ਅਲੱਗ-ਅਲੱਗ ਕੁਐਸਚਨ ਨੇ, ਇਹਨਾਂ ਨੂੰ ਮਿਕਸ ਨਾ ਕਰਿਓ। ਅਤੇ ਇਹਦਾ ਆਨਸਰ ਹੈਗਾ 26 ਨਵੰਬਰ 1949। ਨੈਕਸਟ, ਸੰਵਿਧਾਨ ਦੇ ਅਨੁਛੇਦ 14 ਤੋਂ 32 ਤੱਕ ਕਿਹੜੇ ਵਿਸ਼ੇ ਬਾਰੇ ਹਨ? ਮੌਲਿਕ ਅਧਿਕਾਰਾਂ ਬਾਰੇ।
ਸੰਵਿਧਾਨ ਦੇ ਵਿੱਚ ਵੱਖ-ਵੱਖ ਅਨੁਛੇਦ ਹੁੰਦੇ ਨੇ ਜਿਨ੍ਹਾਂ ਦੇ ਅਨੁਸਾਰ ਅਲੱਗ-ਅਲੱਗ ਟੌਪਿਕਸ ਕਵਰ ਕੀਤੇ ਜਾਂਦੇ ਆ। ਜਿਸ ਤਰ੍ਹਾਂ ਮੌਲਿਕ ਕਰਤੱਵ ਇਹ ਵੱਖਰੇ ਨੇ। ਸੋ ਮੌਲਿਕ ਅਧਿਕਾਰ ਜਿਹੜੇ ਨੇ ਇਹ ਅਨੁਛੇਦ 14 ਤੋਂ 32 ਤੱਕ ਦਰਜ ਕੀਤੇ ਗਏ ਆ। 15ਵਾਂ, ਭਾਰਤ ਵਿੱਚ ਜਾਤੀ ਹੀ ਸਭ ਤੋਂ ਵੱਡੀ ਸਿਆਸੀ ਜਮਾਤ ਹੈ। ਇਹ ਸ਼ਬਦ ਕਿਸ ਨੇ ਕਹੇ ਸੀ? ਜੈ ਪ੍ਰਕਾਸ਼ ਨਾਰਾਇਣ ਨੇ। ਓਕੇ, ਤੇ ਇਸ ਤਰ੍ਹਾਂ ਅਸੀਂ MCQ 15 ਕਰ ਲਏ। 15 ਮਾਰਕਸ ਦਾ ਇਹ ਤੁਹਾਡਾ ਕਵਰ ਹੋ ਗਿਆ। ਇਸ ਤੋਂ ਬਾਅਦ ਆ ਜਾਂਦਾ ਭੂਗੋਲ। ਭੂਗੋਲ ਦੇ ਵਿੱਚ ਸਭ ਤੋਂ ਪਹਿਲਾਂ ਆਉਣਗੇ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ, ਜਿਵੇਂ ਕਿ ਖਜੂਰ, ਥੋਹਰ ਤੇ ਕੰਡੇਦਾਰ ਝਾੜੀਆਂ ਕਿਹੜੀ ਕਿਸਮ ਦੀ ਬਨਸਪਤੀ ਦੇ ਬੂਟੇ ਹਨ? ਮਾਰੂਥਲੀ ਕਿਸਮ ਦੀ ਬਨਸਪਤੀ, ਮਾਰੂਥਲੀ। ਨੈਕਸਟ, ਰੇਸ਼ੇਦਾਰ ਫਸਲਾਂ ਦੀਆਂ ਦੋ ਕਿਸਮਾਂ, ਕਪਾਹ ਅਤੇ ਪਟਸਨ। ਪਟਸਨ ਰੇਸ਼ੇਦਾਰ ਫਸਲ ਹੁੰਦੀ ਹੈ। ਚਾਹ ਤੇ ਕੌਫੀ ਦੀ ਖੇਤੀ ਲਈ ਧਰਾਤਲ ਕਿਸ ਤਰ੍ਹਾਂ ਦਾ ਚਾਹੀਦਾ? ਪੱਧਰਾ ਧਰਾਤਲ ਦੀ ਲੋੜ ਹੁੰਦੀ ਹੈ। ਗਲਤ। ਚਾਹ ਦੀ ਕੌਫੀ ਦੀ ਖੇਤੀ ਲਈ ਸਾਨੂੰ ਢਲਾਨਦਾਰ ਧਰਾਤਲ ਦੀ ਲੋੜ ਹੁੰਦੀ ਹੈ। ਇਸ ਕਰਕੇ ਇਹ ਆਨਸਰ ਗਲਤ ਹੈ। ਪੱਧਰੀ ਧਰਾਤਲ ਗਲਤ। ਹੜ੍ਹ, ਚੱਕਰਵਾਤ ਤੇ ਤੂਫਾਨ ਕੁਦਰਤੀ ਆਫਤਾਂ ਦੀਆਂ ਕਿਸਮਾਂ ਹਨ। ਸਹੀ ਹੈ ਜੀ। ਨੈਕਸਟ, 2 ਅੰਕਾਂ ਦਾ ਪ੍ਰਸ਼ਨ ਹੈ, ਇਸ ਕਰਕੇ ਥੋੜ੍ਹਾ ਜਿਹਾ ਐਕਸਪਲੇਨ ਕਰਾਂਗੇ 1 ਜਾਂ 2 ਸੈਂਟੈਂਸਿਸ ਦੇ ਵਿੱਚ। ਪ੍ਰਵਾਸੀ ਪੰਛੀ ਕਿਹੜੇ ਹੁੰਦੇ ਹਨ? ਜਿਹੜੇ ਪੰਛੀ ਦੂਰ ਦੁਰਾਡੇ ਦੇਸ਼ਾਂ ਤੋਂ ਮੌਸਮ ਬਦਲਣ ਦੇ ਅਨੁਸਾਰ ਆਪਣਾ ਸਥਾਨ ਬਦਲ ਲੈਂਦੇ ਨੇ, ਇੱਕ ਥਾਂ ਤੋਂ ਦੂਜੇ ਥਾਂ 'ਤੇ ਚਲੇ ਜਾਂਦੇ ਹਨ। ਜਿਵੇਂ ਕਿ ਭਾਰਤ ਵਿੱਚ ਪ੍ਰਵਾਸੀ ਪੰਛੀ ਚੀਨ ਅਤੇ ਸਾਈਬੇਰੀਆ ਤੋਂ ਆਉਂਦੇ ਹਨ। ਸੈਕਿੰਡ, ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ? ਕੱਚਾ ਲੋਹਾ ਮਿਲਦਾ ਹੈ ਸਿੰਘਭੂਮ, ਝਾਰਖੰਡ ਅਤੇ ਛੱਤੀਸਗੜ੍ਹ, ਇਹਨਾਂ ਸਥਾਨਾਂ ਤੋਂ ਪ੍ਰਾਪਤ ਹੁੰਦਾ ਵੀ। ਉਸ ਤੋਂ ਬਾਅਦ 50-60 ਸ਼ਬਦਾਂ ਵਾਲੇ, ਯਾਨੀ ਕਿ 3 ਜਾਂ 4 ਸੈਂਟੈਂਸਿਸ, 5 ਸੈਂਟੈਂਸਿਸ ਦੇ ਵਿੱਚ ਤੁਸੀਂ ਇਸ ਨੂੰ ਐਕਸਪਲੇਨ ਕਰੋਗੇ। ਅਸੀਂ ਇਹ ਮੰਨਦੇ ਹਾਂ ਵੀ ਇੱਕ ਵਾਕ ਜਿਹੜਾ ਨਾ ਉਹ 10 ਸ਼ਬਦਾਂ ਦਾ ਹੁੰਦਾ, ਅਤੇ ਜੇ ਲਿਖਿਆ ਵਾ 50 ਤੇ 60 ਸ਼ਬਦ ਤਾਂ ਮਤਲਬ 5 ਜਾਂ 6 ਸੈਂਟੈਂਸ। ਬਾਕੀ ਗਿਣਨ ਦੀ ਨਹੀਂ ਲੋੜ, ਅੰਦਾਜ਼ੇ ਨਾਲ ਹੀ ਹੁੰਦਾ। ਦਰਿਆਵਾਂ ਅਤੇ ਨਹਿਰਾਂ ਦੇ ਕੋਈ 3 ਲਾਭ ਲਿਖੋ। ਸੋ ਦਰਿਆ ਅਤੇ ਨਹਿਰਾਂ ਜਿਹੜੀਆਂ ਨੇ ਇਹ ਕੁਦਰਤ ਦੇ ਜਲ ਦੇ ਸਰੋਤ ਨੇ, ਸਾਧਨ ਨੇ, ਜਿਹੜੇ ਕਿ ਮਨੁੱਖੀ ਜੀਵਨ ਲਈ ਸਭ ਤੋਂ ਜ਼ਰੂਰੀ ਨੇ। ਪੁਰਾਣੀਆਂ ਮਨੁੱਖੀ ਸੱਭਿਅਤਾਵਾਂ ਜਿਸ ਤਰ੍ਹਾਂ ਸਿੰਧ ਘਾਟੀ ਦੀ ਸੱਭਿਅਤਾ ਸੀ, ਇਹ ਸਿੰਧ ਦਰਿਆ ਦੇ ਕੰਢੇ 'ਤੇ ਹੀ ਵਿਕਸਿਤ ਹੋਈ ਸੀ। ਸੋ ਦਰਿਆ ਸਾਡੀਆਂ ਜਲ ਸੰਬੰਧੀ ਜ਼ਰੂਰਤਾਂ ਪੂਰੀਆਂ ਕਰਦੇ ਨੇ। ਦਰਿਆਵਾਂ ਦੇ ਨਾਲ ਵਹਿ ਕੇ ਉਪਜਾਊ ਮਿੱਟੀ ਜਿਹੜੀ ਹੈ ਉਹ ਕਿਨਾਰਿਆਂ 'ਤੇ ਵਿਛ ਜਾਂਦੀ ਹੈ। ਪੰਜਾਬ ਅਤੇ ਹਰਿਆਣੇ ਦਾ, ਉੱਤਰ ਪ੍ਰਦੇਸ਼ ਦਾ ਜਿਹੜਾ ਮੈਦਾਨ ਹੈ ਇਹ ਪੰਜਾਬ ਦੀਆਂ ਅਤੇ ਗੰਗਾ ਦੀ, ਯਮੁਨਾ ਨਦੀ ਦੁਆਰਾ ਵਿਛਾਈ ਗਈ ਉਪਜਾਊ ਮਿੱਟੀ ਤੋਂ ਬਣਿਆ ਹੈ। ਇਸ ਤੋਂ ਬਿਨਾਂ ਦਰਿਆਵਾਂ ਤੋਂ ਸਾਨੂੰ ਹੋਰ ਬਹੁਤ ਸਾਰੇ ਸਾਧਨ ਵੀ ਪ੍ਰਾਪਤ ਹੁੰਦੇ ਨੇ, ਕਈ ਚੀਜ਼ਾਂ ਪ੍ਰਾਪਤ ਹੁੰਦੀਆਂ। ਨਹਿਰਾਂ ਜਿਹੜੀਆਂ ਨੇ, ਦਰਿਆਵਾਂ ਦੇ ਵਿੱਚੋਂ ਨਹਿਰਾਂ ਕੱਢ ਕੇ ਅਸੀਂ ਉਹਨਾਂ ਸਥਾਨਾਂ 'ਤੇ ਪਾਣੀ ਭੇਜਦੇ ਹਾਂ ਜਿੱਥੇ ਸੋਕਾ ਪੈ ਜਾਂਦਾ ਹੈ, ਜਿੱਥੇ ਪਾਣੀ ਦੀ ਕਮੀ ਹੁੰਦੀ ਹੈ। ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਪੰਜਾਬ ਦੇ ਦਰਿਆਵਾਂ 'ਚੋਂ ਕੁਛ ਨਹਿਰਾਂ ਕੱਢ ਕੇ ਭੇਜੀਆਂ ਗਈਆਂ ਨੇ। ਪੰਜਾਬ ਦੇ ਵਿੱਚ ਵੀ ਕੁਛ ਨਹਿਰਾਂ ਵਿੱਚ ਦਾ ਜਾਲ ਵਿਛਿਆ ਹੋਇਆ। ਸੋ ਪਾਣੀ ਦਾ ਖੇਤੀ ਨੂੰ ਸਿੰਜਾਈ ਕਰਨ ਵਾਸਤੇ, ਖੇਤੀ ਦੀ ਸਿੰਜਾਈ ਕਰਨ ਲਈ ਨਹਿਰਾਂ ਕੰਮ ਆਉਂਦੀਆਂ ਨੇ। ਇਸ ਤੋਂ ਬਾਅਦ ਦਰਿਆਵਾਂ ਦੇ ਉੱਪਰ ਡੈਮ ਬਣਾ ਕੇ, ਬੰਨ੍ਹ ਬਣਾ ਕੇ ਝੀਲਾਂ ਬਣਾਈਆਂ ਜਾਂਦੀਆਂ ਨੇ। ਉਸ ਪਾਣੀ ਨੂੰ ਇਕੱਠਾ ਕਰਕੇ ਰੱਖ ਲਿਆ ਜਾਂਦਾ, ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਦਰਿਆਵਾਂ ਦਾ ਪਾਣੀ ਹੈ ਉਹ ਡੈਮ ਤੋਂ ਉੱਚੀ ਉਚਾਈ ਤੋਂ ਥੱਲੇ ਸੁੱਟ ਕੇ ਅਤੇ ਉਸ ਤੋਂ ਹਾਈਡਰੋ ਪਾਵਰ ਯਾਨੀ ਕਿ ਪਣ ਬਿਜਲੀ ਤਿਆਰ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਦਰਿਆਵਾਂ ਅਤੇ ਨਹਿਰਾਂ ਦੇ ਸਾਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਨੈਕਸਟ, ਪਣ ਬਿਜਲੀ ਉਤਪਾਦਨ ਲਈ ਲੋੜੀਂਦੇ 3 ਤੱਤਾਂ ਦਾ ਵਰਣਨ ਕਰੋ। ਪਣ ਬਿਜਲੀ ਕਿਹਨੂੰ ਕਹਿੰਦੇ ਆ? ਸਭ ਤੋਂ ਪਹਿਲਾਂ ਇਹ ਦੱਸੀਏ। ਜਿਹੜੀ ਬਿਜਲੀ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈ, ਯਾਨੀ ਕਿ ਹਾਈਡਰੋ ਪਾਵਰ। ਹੁਣੇ ਅੱਜ ਦੀ ਗੱਲ ਕੀਤੀ, ਡੈਮ ਦੇ ਉੱਪਰ ਪਾਣੀ ਜਿਹੜਾ ਇਕੱਠਾ ਕਰਕੇ ਉਸ ਨੂੰ ਉੱਚੇ ਸਥਾਨ ਤੋਂ ਥੱਲੇ ਸੁੱਟਿਆ ਜਾਂਦਾ ਹੈ, ਜਿਸ ਨਾਲ ਟਰਬਾਈਨ ਚਲਾ ਕੇ ਪਣ ਬਿਜਲੀ ਤਿਆਰ ਕੀਤੀ ਜਾਂਦੀ ਹੈ। ਤੋ ਇਸ ਦੇ ਲੋੜੀਂਦੇ ਤੱਤ ਇਹੀ ਨੇ, ਜਿਹੜੀਆਂ ਚੀਜ਼ਾਂ ਇਸ ਵਿੱਚ ਯੂਜ਼ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਪਣ ਬਿਜਲੀ ਜਿਹੜੀ ਹੈ ਕਾਫੀ ਮਾਤਰਾ ਵਿੱਚ ਤਿਆਰ ਕੀਤੀ ਜਾਂਦੀ ਹੈ। ਪੂਰੇ ਦੇਸ਼ ਭਾਰਤ ਵਿੱਚ ਵੱਖ-ਵੱਖ ਦਰਿਆਵਾਂ ਦੇ ਉੱਪਰ ਡੈਮ ਬਣਾ ਕੇ ਉੱਥੋਂ ਦੇ ਪਾਣੀ ਨੂੰ ਹਾਈਡਰੋ ਪਾਵਰ ਜਾਂ ਪਣ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
ਨੈਕਸਟ, ਸੋਕੇ ਤੋਂ ਬਚਾਅ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ? ਸੋਕੇ ਤੋਂ ਬਚਾਅ ਲਈ ਪਹਿਲਾ ਕਦਮ ਤਾਂ ਇਹ ਹੈ ਕਿ ਸੋਕੇ ਵਾਲੇ ਖੇਤਰ ਵਿੱਚ ਉਹ ਫਸਲਾਂ ਬੀਜਣੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਜਵਾਰ, ਬਾਜਰਾ, ਦਾਲਾਂ, ਜਿਨ੍ਹਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ। ਇਸ ਤੋਂ ਬਾਅਦ ਸੋਕੇ ਤੋਂ ਬਚਾਅ ਲਈ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਦਰਖਤ ਲਗਾਈਏ ਤਾਂ ਕਿ ਵਰਖਾ ਨਿਰੰਤਰ ਹੁੰਦੀ ਰਹੇ। ਠੀਕ ਹੈ। ਸੋ ਨੈਕਸਟ, ਮੁੱਕਣਯੋਗ ਸਾਧਨਾਂ ਨੂੰ ਸੰਜਮ ਨਾਲ ਵਰਤਣ ਦੀ ਲੋੜ ਕਿਉਂ ਹੈ? ਦੇਖੋ, ਜਿਹੜੇ ਸਾਧਨਾਂ ਨੂੰ ਵਰਤਣ ਤੋਂ ਬਾਅਦ ਖਤਮ ਹੋ ਜਾਣਾ, ਜਿਨ੍ਹਾਂ ਨੇ ਮੁੱਕ ਜਾਣਾ, ਜਿਸ ਤਰ੍ਹਾਂ ਕਿ ਕੋਲਾ ਜਾਂ ਪੈਟਰੋਲੀਅਮ, ਉਹਨਾਂ ਦੀ ਵਰਤੋਂ ਸਾਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਅਤੇ ਸੰਜਮ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਜੇ ਉਹ ਖਤਮ ਹੀ ਹੋ ਗਏ ਤਾਂ ਫਿਰ ਉਸ ਤੋਂ ਬਾਅਦ ਵੀ ਤਾਂ ਲੋੜ ਪੈਣੀ ਹੈ, ਉਦੋਂ ਅਸੀਂ ਇਸ ਨੂੰ ਕਿੱਥੋਂ ਲਿਆਵਾਂਗੇ? ਅਸੀਂ ਮਤਲਬ ਸੰਜਮ ਨਾਲ ਵਰਤਾਂਗੇ ਤਾਂ ਘੱਟੋ ਘੱਟ ਉਹਨਾਂ ਦਾ ਜਿਹੜਾ ਭੰਡਾਰ ਹੈ ਉਸ ਨੂੰ ਅਸੀਂ ਡੀਲੇ ਕਰ ਸਕਦੇ ਹਾਂ, ਅਗਲੀਆਂ ਜਨਰੇਸ਼ਨਾਂ ਜਾਂ ਪੀੜ੍ਹੀਆਂ ਵਾਸਤੇ ਉਸ ਨੂੰ ਸੰਭਾਲ ਸਕਦੇ ਹਾਂ। ਠੀਕ ਹੈ ਨਾ। ਇਸ ਕਰਕੇ ਇਹਨਾਂ ਦੀ ਵਰਤੋਂ ਸਾਨੂੰ ਸੰਜਮ ਨਾਲ ਕਰਨੀ ਚਾਹੀਦੀ ਹੈ। ਫਿਰ ਨਕਸ਼ਾ ਹੈ ਵੀ, ਨਕਸ਼ੇ ਵਾਸਤੇ 10 ਸਥਾਨ ਪੇਪਰ ਵਿੱਚ ਆਉਣਗੇ ਅਤੇ 7 ਭਰਨੇ ਆ। ਸਾਨੂੰ ਆਪਣੇ ਭਾਰਤ ਦੇ ਵਿੱਚ 28 ਰਾਜਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। 28 ਦੇ ਵਿੱਚੋਂ ਵੀ ਜਿਹੜੇ ਖਾਸ ਨੇ, ਜਿਨ੍ਹਾਂ ਦਾ ਸੰਬੰਧ ਖਣਿਜ ਪਦਾਰਥਾਂ ਨਾਲ, ਖੇਤੀਬਾੜੀ ਨਾਲ ਹੈ, ਉਹਨਾਂ ਦਾ ਤਾਂ ਪੂਰਾ ਪਤਾ ਹੀ ਹੋਣਾ ਚਾਹੀਦਾ, ਤਾਂ ਹੀ ਅਸੀਂ ਇਹ ਨਕਸ਼ਾ ਭਰ ਸਕਦੇ ਹਾਂ। ਜਿਸ ਤਰ੍ਹਾਂ ਕਾਲੀ ਮਿੱਟੀ ਵਾਲਾ ਇੱਕ ਪ੍ਰਾਂਤ ਗੁਜਰਾਤ ਭਰ ਸਕਦੇ ਹਾਂ ਜਾਂ ਮਹਾਰਾਸ਼ਟਰ। ਸੈਕਿੰਡ, ਸੋਨਾ ਉਤਪਾਦਨ ਦਾ ਇੱਕ ਸਥਾਨ ਕੋਲਾਰ, ਠੀਕ ਹੈ, ਬੈਂਗਲੋਰ ਦੇ ਵਿੱਚ। ਦੱਖਣ ਭਾਰਤ ਦਾ ਚਾਹ ਉਤਪਾਦਕ ਦਾ ਇਲਾਕਾ ਦੱਖਣੀ ਭਾਰਤ ਵਿੱਚ ਦਿਖਾ ਸਕਦੇ ਹੋ ਤੁਸੀਂ, ਚਾਹ ਦਾ ਖੇਤਰ ਭੋਪਾਲ ਸ਼ਹਿਰ ਦੀ ਸਥਿਤੀ। ਸਾਨੂੰ ਕੈਪੀਟਲ ਸਿਟੀਜ਼ ਪਤਾ ਹੋਣੇ ਚਾਹੀਦੇ, ਜਿਹੜੇ ਵੱਡੇ ਵੱਡੇ ਰਾਜ ਨੇ ਪੰਜਾਬ ਦੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ, ਪੱਛਮੀ ਬੰਗਾਲ, ਇਹਨਾਂ ਸਾਰਿਆਂ ਦੀਆਂ ਰਾਜਧਾਨੀਆਂ ਪਤਾ ਹੋਣੀਆਂ ਚਾਹੀਦੀਆਂ। ਕੋਈ ਨਾ ਕੋਈ ਰਾਜਧਾਨੀ ਵੀ ਪੁੱਛੀ ਜਾਂਦੀ ਹੈ, ਜਿਸ ਤਰ੍ਹਾਂ ਭੋਪਾਲ ਮੱਧ ਪ੍ਰਦੇਸ਼ ਦੀ ਰਾਜਧਾਨੀ ਹੈ, ਸੈਂਟਰ ਜੇ 'ਚ ਦਿਖਾ ਦੇਣਾ ਵਾ। ਰਾਜਸਥਾਨ ਵਿੱਚ ਅਬਰਕ ਉਤਪਾਦਨ, ਅਬਰਕ ਖਣਿਜ ਪਦਾਰਥ ਪੁੱਛ ਲਿਆ ਹੈ ਨਾ, ਕਿਤੇ ਮਿੱਟੀ ਦੀ ਕਿਸਮ ਪੁੱਛ ਲਈ, ਕਿਤੇ ਖੇਤੀਬਾੜੀ ਪੁੱਛ ਲਈ, ਕਿਤੇ ਖਣਿਜ ਪਦਾਰਥ ਪੁੱਛ ਲਿਆ। ਅਬਰਕ ਦਾ ਖੇਤਰ ਦਿਖਾ ਦਿਓ ਤੁਸੀਂ। ਬ੍ਰਹਮਪੁੱਤਰ ਦਰਿਆ, ਕੁਛ ਇੱਕ ਨਦੀਆਂ ਨੇ, ਜਿਸ ਤਰ੍ਹਾਂ ਗੰਗਾ ਨਦੀ ਹੋ ਗਈ, ਜਮਨਾ, ਬ੍ਰਹਮਪੁੱਤਰ, ਇਹਨਾਂ ਦੀ ਪ੍ਰੈਕਟਿਸ ਕਰ ਲਿਓ ਚੰਗੀ ਤਰ੍ਹਾਂ। ਬ੍ਰਹਮਪੁੱਤਰ ਦਰਿਆ ਚੀਨ ਵੱਲ ਦੀ ਹੁੰਦਾ ਹੋਇਆ, ਅਸਾਮ ਵੱਲ ਦੀ ਹੁੰਦਾ ਹੋਇਆ, ਬੰਗਾਲ ਦੀ ਖਾੜੀ ਵਿੱਚ ਡਿੱਗਦਾ। ਡੈਲਟਾ ਜਿਹੀ ਬਨਸਪਤੀ ਦਾ ਇਲਾਕਾ, ਡੈਲਟਾਈ ਬਨਸਪਤੀ, ਸੁੰਦਰਬਨ ਦਾ ਇਲਾਕਾ ਦਿਖਾਉਣਾ ਤੁਸੀਂ, ਜਿੱਥੇ ਕਿ ਇਹ ਦਰਿਆ ਸਮੁੰਦਰ ਵਿੱਚ ਡਿੱਗਣ ਲੱਗਦੇ ਨੇ ਅਤੇ ਉੱਥੇ ਡੈਲਟਾ ਬਣਾਉਂਦੇ ਆ ਤਿਕੋਣ ਆਕਾਰ ਦਾ। ਛੱਤੀਸਗੜ੍ਹ ਪ੍ਰਾਂਤ, ਸੋ ਛੱਤੀਸਗੜ੍ਹ ਆਪਣੇ 28 ਸਟੇਟਸ ਵਿੱਚੋਂ ਇੱਕ ਪੁੱਛ ਲਿਆ ਗਿਆ। ਗਿਆ ਬਿਹਾਰ ਦੀ ਸਥਿਤੀ, ਬਿਹਾਰ ਦੇ ਵਿੱਚ ਸੈਂਟਰ 'ਚ ਦਿਖਾ ਦਿਓ ਗਿਆ ਕਿੱਥੇ ਹੈ। ਭਾਖੜਾ ਡੈਮ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਲਾਗੇ ਦਿਖਾ ਦੇਣਾ ਵਾ। ਸੋ ਨਕਸ਼ਾ ਕੋਈ ਮੁਸ਼ਕਿਲ ਨਹੀਂ ਹੈ, 7/7 ਨੰਬਰ ਬੜੇ ਆਰਾਮ ਨਾਲ ਆ ਸਕਦੇ ਆ। ਦੈਨ ਉਸ ਤੋਂ ਬਾਅਦ ਆ ਗਿਆ ਤੁਹਾਡਾ ਇਤਿਹਾਸ। ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਵਸਤੂਨਿਸ਼ਟ ਪ੍ਰਸ਼ਨ। ਪਹਿਲਾ, ਹੈਕਟੇਅਰ ਭੂਮੀ ਦਾ ਰਕਬਾ ਨਾਪਣ ਦੀ ਇਕਾਈ ਹੈ, ਸਹੀ ਹੈ। ਸੋ ਭੂਮੀ ਦਾ ਰਕਬਾ ਨਾਪਣ ਦੀ ਇਕਾਈਆਂ ਕਿਹੜੀਆਂ ਹੁੰਦੀਆਂ? ਹੈਕਟੇਅਰ, ਏਕੜ, ਕਿੱਲਾ, ਮਰਲਾ। ਠੀਕ ਹੈ ਨਾ, ਇਹ ਸਭ ਸਹੀ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ 1915 ਵਿੱਚ ਹੋਈ। ਇਹ ਸਥਾਪਨਾ ਹੋਈ ਸੀ 1920 ਦੇ ਵਿੱਚ, ਇਸ ਕਰਕੇ ਇਹ ਗਲਤ ਹੈ। ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ 1829 ਵਿੱਚ ਸਤੀ ਪ੍ਰਥਾ ਬੰਦ ਹੋਈ। ਸਤੀ ਪ੍ਰਥਾ ਆਨਸਰ ਆਏਗਾ। 1843 ਵਿੱਚ ਕਾਨੂੰਨ ਬਣਾ ਕੇ ਦਾਸ ਪ੍ਰਥਾ ਬੰਦ ਕੀਤੀ ਗਈ। 2 ਨੰਬਰ ਵਾਲੇ ਨੇ ਤਾਂ 2 ਸੈਂਟੈਂਸ ਲਿਖਣੇ ਪਈ। ਗਾਂਧੀ ਜੀ ਨੇ ਕਥਿਤ ਨੀਵੀਂ ਜਾਤੀ ਦੇ ਲੋਕਾਂ ਲਈ ਕਿਹੜਾ ਲਫ਼ਜ਼ ਵਰਤਿਆ? ਕਥਿਤ, ਯਾਦ ਰੱਖਣਾ, ਕਥਿਤ, ਸੋ ਕਾਲਡ। ਉਹਨਾਂ ਲਈ ਵਰਤਿਆ ਹਰੀਜਨ ਸ਼ਬਦ, ਜਿਸ ਦਾ ਅਰਥ ਹੈ ਈਸ਼ਵਰ ਦੇ ਬੱਚੇ। ਹਰੀਜਨ, ਈਸ਼ਵਰ ਦੀ ਸੰਤਾਨ। ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਲਾਰਡ ਕਾਰਨਵਾਲਿਸ ਨੂੰ ਮੰਨਿਆ ਜਾਂਦਾ ਹੈ। ਉਸਨੇ ਭਾਰਤ ਵਿੱਚ ਸਿਵਲ ਸਰਵਿਸਿਜ਼ ਸ਼ੁਰੂ ਕੀਤੀਆਂ ਸੀ। ਉਸ ਤੋਂ ਬਾਅਦ ਆ ਗਏ ਵੱਡੇ ਪ੍ਰਸ਼ਨ, 50-60 ਸ਼ਬਦਾਂ ਵਾਲੇ। ਰੈਗੂਲੇਟਰੀ ਐਕਟ ਜਾਂ ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ? 1773 ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ। ਠੀਕ ਹੈ ਨਾ। ਇਹ ਕਿਉਂ ਪਾਸ ਕੀਤਾ ਗਿਆ ਸੀ? ਭਾਰਤ ਵਿੱਚ ਉਸ ਟਾਈਮ ਸੀਗਾ ਈਸਟ ਇੰਡੀਆ ਕੰਪਨੀ ਦਾ ਸ਼ਾਸਨ, ਅਤੇ ਹੁਣ ਤੱਕ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹ ਮਨਮਰਜ਼ੀ ਕਰਨ ਡਈ ਸੀ,
ਤੇ ਉਹਨਾਂ ਦੇ ਕੰਮਾਂ ਨੂੰ ਰੈਗੂਲੇਟ ਕਰਨ ਲਈ, ਕੰਟਰੋਲ ਕਰਨ ਲਈ ਰੈਗੂਲੇਟਰੀ ਐਕਟ ਜਾਂ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ। 19ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਕਿਸ ਤਰ੍ਹਾਂ ਦੀ ਸੀ? 19ਵੀਂ ਸਦੀ ਵਿੱਚ ਯਾਨੀ ਕਿ 1801 ਤੋਂ ਲੈ ਕੇ ਤੇ 1900 ਤੱਕ, ਇਸ ਸਮੇਂ ਦੌਰਾਨ ਇਸਤਰੀਆਂ ਦੀ ਦਸ਼ਾ ਕੋਈ ਬਹੁਤੀ ਵਧੀਆ ਨਹੀਂ ਸੀ। ਉਸ ਸਮੇਂ ਬਹੁਤ ਸਾਰੇ ਸਮਾਜਿਕ ਧਾਰਮਿਕ ਸੁਧਾਰ ਅੰਦੋਲਨ ਚੱਲੇ ਸੀ। ਇਹਦਾ ਮਤਲਬ ਹਾਲਤ ਖਰਾਬ ਸੀ ਤਾਂ ਹੀ ਇਹ ਸੁਧਾਰ ਅੰਦੋਲਨ ਚੱਲੇ। ਕਿਹੜੀਆਂ ਬੁਰਾਈਆਂ ਪ੍ਰਚਲਿਤ ਸੀ? ਜਿਸ ਤਰ੍ਹਾਂ ਕਿ ਸਤੀ ਪ੍ਰਥਾ, ਜਿਸ ਦੇ ਵਿੱਚ ਥੋੜ੍ਹਾ ਜਿਹਾ ਐਕਸਪਲੇਨ ਕਰ ਸਕਦੇ ਹੋ ਕਿਉਂਕਿ ਵੱਡੇ ਕੁਐਸਚਨ ਨੇ। ਜਦੋਂ ਕਿਸੇ ਦੀ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੀ ਪਤਨੀ ਨੂੰ ਵੀ ਉਸ ਦੀ ਚਿਤਾ ਦੇ ਨਾਲ ਜਿੰਦਾ ਜਲਾ ਦਿੱਤਾ ਜਾਂਦਾ ਸੀ। ਇਸ ਨੂੰ ਸਤੀ ਪ੍ਰਥਾ ਕਹਿੰਦੇ ਸੀ। ਸੋ ਇਸ ਦੇ ਵਿਰੋਧ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਬਹੁਤ ਆਵਾਜ਼ ਬੁਲੰਦ ਕੀਤੀ ਸੀ ਅਤੇ ਕਾਨੂੰਨ ਪਾਸ ਕਰਾਇਆ ਸੀ 1829 ਦੇ ਵਿੱਚ। ਦੂਸਰੀ ਉੱਥੇ ਪ੍ਰਥਾ ਸੀਗੀ ਬਾਲ ਵਿਆਹ ਦੀ ਪ੍ਰਥਾ ਜਾਂ ਪਰਦਾ ਪ੍ਰਥਾ, ਜਾਂ ਲੜਕੀਆਂ ਨੂੰ ਸਕੂਲ ਕਾਲਜ ਵਿੱਚ ਪੜ੍ਹਾਈ ਕਰਨ ਲਈ ਨਾ ਭੇਜਣਾ। ਸੋ ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਕੁੜੀਆਂ ਵਾਸਤੇ ਸਕੂਲ ਕਾਲਜ ਖੋਲ੍ਹੇ। ਠੀਕ ਹੈ। ਇੱਕ ਸੀ ਵਿਧਵਾ ਪੁਨਰ ਵਿਆਹ ਦੀ ਇਜਾਜ਼ਤ ਨਹੀਂ ਸੀ ਮਿਲਦੀ ਜਿਹੜੀਆਂ ਤੋ ਵਿਧਵਾ ਪੁਨਰ ਵਿਆਹ ਦੇ ਪੱਖ ਵਿੱਚ ਈਸ਼ਵਰ ਚੰਦਰ ਵਿਦਿਆਸਾਗਰ ਨੇ ਆਵਾਜ਼ ਉਠਾਈ ਸੀ। ਨੈਕਸਟ ਹੈ ਪਲਾਸੀ ਦੀ ਲੜਾਈ ਤੇ ਨੋਟ ਲਿਖੋ। ਪਲਾਸੀ ਦੀ ਲੜਾਈ 1757 ਵਿੱਚ ਹੋਈ ਸੀ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ। ਈਸਟ ਇੰਡੀਆ ਕੰਪਨੀ ਦੀ ਅਗਵਾਈ ਕਰ ਰਿਹਾ ਸੀ ਉਦੋਂ ਰੋਬਰਟ ਕਲਾਈਵ। ਇਸ ਲੜਾਈ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਲੜਾਈ ਦੀ ਬੜੀ ਇੰਪੋਰਟੈਂਸ ਹੈ ਕਿਉਂਕਿ ਇਸ ਲੜਾਈ ਤੋਂ ਬਾਅਦ ਭਾਰਤ ਵਿੱਚ ਅੰਗਰੇਜ਼ਾਂ ਦਾ ਜਿੱਤ ਦਾ ਸਫ਼ਰ ਸ਼ੁਰੂ ਹੋ ਗਿਆ ਸੀ, ਕਿਉਂਕਿ ਇਹ ਉਹਨਾਂ ਨੇ ਪਹਿਲੀ ਲੜਾਈ ਜਿੱਤੀ ਸੀ। ਇਸ ਵਿੱਚ ਮੀਰ ਜਾਫਰ ਨੇ ਗੱਦਾਰੀ ਕੀਤੀ ਸੀ। ਠੀਕ ਹੈ। ਪਲਾਸੀ ਤੋਂ ਬਾਅਦ ਫਿਰ 1764 ਵਿੱਚ ਬਕਸਰ ਦੀ ਲੜਾਈ ਵੀ ਅੰਗਰੇਜ਼ ਜਿੱਤ ਗਏ ਅਤੇ ਹੌਲੀ ਹੌਲੀ ਉਹਨਾਂ ਨੇ ਬੰਗਾਲ ਜਿੱਤ ਲਿਆ ਅਤੇ ਬੰਗਾਲ ਤੋਂ ਸ਼ੁਰੂ ਹੋ ਕੇ ਲਾਸਟ ਵਿੱਚ 1849 ਦੇ ਵਿੱਚ ਪੰਜਾਬ ਤੱਕ ਪਹੁੰਚਦੇ ਪਹੁੰਚਦੇ ਲਾਸਟ ਵਿੱਚ ਪੂਰਾ ਦੇਸ਼ ਭਾਰਤ ਜਿੱਤ ਲਿਆ। 1857 ਦੇ ਵਿਦਰੋਹ ਦੀ ਅਸਫਲਤਾ ਦੇ ਕੀ ਕਾਰਨ ਸਨ? 1857 ਦਾ ਵਿਦਰੋਹ ਜਿਹੜਾ ਹੈ ਨਾ, ਇਹ ਬਹੁਤ ਵਧੀਆ ਚੱਲ ਰਿਹਾ ਸੀ ਲੇਕਿਨ ਇਸ ਅਲਟੀਮੇਟਲੀ ਫੇਲ ਹੋ ਗਿਆ। ਸ਼ੁਰੂ ਵਿੱਚ ਤਾਂ ਸਫਲ ਹੋਇਆ ਸੀ ਪਰ ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਵਿਦਰੋਹ ਨੂੰ ਕੁਚਲ ਦਿੱਤਾ। ਉਸ ਦੇ ਕੁਝ ਕਾਰਨ ਸੀ। ਇੱਕ ਕਾਰਨ ਤਾਂ ਇਹ ਸੀ ਵੀ ਅੰਗਰੇਜ਼ਾਂ ਦੇ ਕੋਲ ਆਧੁਨਿਕ ਫੌਜ ਸੀ, ਰੇਲ ਗੱਡੀਆਂ ਦੀ ਸ਼ੁਰੂਆਤ ਹੋ ਚੁੱਕੀ ਸੀ ਅਤੇ ਰੇਲ ਗੱਡੀਆਂ ਦੀ ਹੈਲਪ ਨਾਲ ਅਤੇ ਕੁਝ ਗੱਦਾਰਾਂ ਦੀ ਹੈਲਪ ਨਾਲ ਅਤੇ ਅੰਗਰੇਜ਼ਾਂ ਦੇ ਜਿਹੜੇ ਨੇਤਾ ਸੀ ਉਹ ਬੜੇ ਯੋਗ ਸੀ ਅਤੇ ਉਹਨਾਂ ਵਿੱਚ ਕਾਫੀ ਏਕਤਾ ਸੀ ਅਤੇ ਤਾਲਮੇਲ ਸੀ। ਜਦੋਂ ਕਿ ਜਿਹੜੇ ਭਾਰਤੀ ਨੇਤਾ ਸੀ ਵਿਦਰੋਹ ਕਰਨ ਵਾਲੇ, ਉਹਨਾਂ ਦੇ ਵਿੱਚ ਏਕਤਾ ਅਤੇ ਤਾਲਮੇਲ ਦੀ ਕਮੀ ਸੀ। ਹਾਲਾਂਕਿ ਉਹ ਬਹੁਤ ਬਹਾਦਰ ਅਤੇ ਦਲੇਰ ਸੀਗੇ ਅਤੇ ਉਹਨਾਂ ਨੇ ਇੱਕ ਵਾਰੀ ਤਾਂ ਅੰਗਰੇਜ਼ਾਂ ਨੂੰ ਮਤਲਬ ਮਜਬੂਰ ਕਰ ਦਿੱਤਾ ਸੀ ਸੋਚਣ ਵਾਸਤੇ, ਪਰ ਅਲਟੀਮੇਟਲੀ ਅੰਗਰੇਜ਼ਾਂ ਨੇ ਫੋਰਸ ਨੂੰ ਯੂਜ਼ ਕਰਕੇ, ਫੌਜ ਨੂੰ ਵਰਤ ਕੇ ਇਸ ਵਿਦਰੋਹ ਨੂੰ ਅਸਫਲ ਕਰ ਦਿੱਤਾ। ਨੈਕਸਟ, ਅਖਬਾਰਾਂ ਅਤੇ ਰਸਾਲੇ ਇਤਿਹਾਸ ਦੀ ਰਚਨਾ ਲਈ ਕਿਵੇਂ ਸਹਾਈ ਸਿੱਧ ਹੋਏ? ਦੇਖੋ, ਆਧੁਨਿਕ ਇਤਿਹਾਸ ਨੂੰ ਲਿਖਣ ਵਾਸਤੇ ਨਾ ਬਹੁਤ ਸਾਰੇ ਸੋਮਿਆਂ ਦੀ ਲੋੜ ਹੈ, ਜਿਨ੍ਹਾਂ ਵਿੱਚ ਅਖਬਾਰਾਂ ਅਤੇ ਜਿਹੜੇ ਰਸਾਲੇ ਨੇ ਬਹੁਤ ਇੰਪੋਰਟੈਂਟ ਨੇ। ਉਹ ਕਿਸ ਤਰ੍ਹਾਂ ਵੀ ਅਖਬਾਰਾਂ ਦੇ ਵਿੱਚ ਰੋਜ਼ਾਨਾ ਖਬਰਾਂ ਚੱਲਦੀਆਂ, ਅੰਗਰੇਜ਼ ਕੋਈ ਨਾ ਕੋਈ ਨਵੀਂ ਨੀਤੀ ਬਣਾਉਂਦੇ ਸੀ ਅਤੇ ਉਸ ਦਾ ਵਿਰੋਧ ਵਿੱਚ ਉਹਨਾਂ ਦੀ ਆਲੋਚਨਾ ਅਖਬਾਰਾਂ ਵਿੱਚ ਕੀਤੀ ਜਾਂਦੀ ਸੀ। ਉਹਨਾਂ ਆਲੋਚਨਾਵਾਂ ਤੋਂ ਸਾਨੂੰ ਇਤਿਹਾਸ ਦੀ ਰਚਨਾ ਕਰਨ ਦੇ ਵਿੱਚ ਕਾਫੀ ਸਹਾਇਤਾ ਮਿਲਦੀ ਹੈ। ਜੇ ਤਾਂ ਅਸੀਂ ਸਿਰਫ ਸਰਕਾਰੀ ਰਿਕਾਰਡ ਨੂੰ ਲੈ ਕੇ ਚੱਲੀਏ ਨਾ, ਅਤੇ ਉਸ ਵਿੱਚੋਂ ਵੀ ਇਤਿਹਾਸ ਲੱਭਣਾ ਔਖਾ ਹੋ ਜਾਂਦਾ ਅਤੇ ਜਿਹੜਾ ਇਤਿਹਾਸਕਾਰ ਹੈ ਉਹ ਵੱਖ-ਵੱਖ ਸੋਮਿਆਂ ਨੂੰ ਕੰਪੇਅਰ ਕਰਦਾ ਵਾ ਅਤੇ ਉਹਨਾਂ ਦੇ ਵਿੱਚੋਂ ਸੱਚਾਈ ਨੂੰ ਲੱਭ ਕੇ ਇਤਿਹਾਸ ਵਿੱਚ ਲਿਖਦਾ। ਅਤੇ ਜਿਹੜੇ ਨੇ ਮਾਡਰਨ ਕਰੋਨੋਲੋਜੀ ਦੇ ਵਿੱਚ ਅਖਬਾਰਾਂ ਅਤੇ ਰਸਾਲੇ ਜਿਹੜੇ ਨੇ ਨਾ, ਇਹ ਬਹੁਤ ਹੈਲਪਫੁਲ ਹੁੰਦੇ ਨੇ। ਨੈਕਸਟ, ਪੱਛਮੀ ਸਿੱਖਿਆ ਪ੍ਰਬੰਧ ਦੇ ਭਾਰਤ 'ਤੇ ਕੀ ਅਸਰ ਪਏ? ਪੱਛਮੀ ਸਿੱਖਿਆ ਪ੍ਰਬੰਧ ਦੇ ਭਾਰਤ ਉੱਪਰ ਨਾ ਮਿਲੇ ਜੁਲੇ ਅਸਰ ਪਏ ਸੀ, ਥੋੜ੍ਹੇ ਨੈਗੇਟਿਵ ਥੋੜ੍ਹੇ ਪੋਜ਼ੀਟਿਵ। ਫਾਇਦਾ ਤਾਂ ਇਹ ਹੋਇਆ ਵੀ ਇਸ ਨਾਲ ਭਾਰਤੀ ਲੋਕ ਵੀ ਪੜ੍ਹ ਲਿਖ ਗਏ, ਉਹਨਾਂ ਨੂੰ ਅੰਗਰੇਜ਼ੀ ਆ ਗਈ। ਭਾਰਤੀ ਜਿਹੜੇ ਨੌਜਵਾਨ ਜਿਨ੍ਹਾਂ ਨੇ ਚੰਗੀ ਪੜ੍ਹਾਈ ਕੀਤੀ, ਉਹਨਾਂ ਨੇ ਦੂਸਰੇ ਦੇਸ਼ਾਂ ਦੇ ਇਤਿਹਾਸਾਂ ਦਾ ਅਧਿਐਨ ਕੀਤਾ। ਰੂਸ ਦੀ ਕ੍ਰਾਂਤੀ, ਫਰਾਂਸ ਦੀ ਕ੍ਰਾਂਤੀ, ਆਇਰਲੈਂਡ ਦਾ ਸੁਤੰਤਰਤਾ ਸੰਗਰਾਮ, ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਅੰਦਰ ਰਾਸ਼ਟਰੀ ਚੇਤਨਾ ਜਾਗਰਤ ਹੋਈ ਅਤੇ ਉਹਨਾਂ ਨੂੰ ਵੀ ਇਹ ਸੋਝੀ ਆਈ ਕਿ ਅਸੀਂ ਵੀ ਜੇਕਰ ਅਸੀਂ ਚਾਹੀਏ ਤਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢ ਸਕਦੇ ਹਾਂ। ਅਤੇ ਬੇਸਿਕਲੀ ਇਹਦਾ ਫਾਇਦਾ ਤਾਂ ਅੰਗਰੇਜ਼ਾਂ ਨੂੰ ਹੋਇਆ ਸੀ ਕਿਉਂਕਿ ਅੰਗਰੇਜ਼ ਪੱਛਮੀ ਸਿੱਖਿਆ ਭਾਰਤ ਵਿੱਚ ਇਸ ਕਰਕੇ ਲਿਆਏ ਸੀ ਤਾਂ ਕਿ ਭਾਰਤੀਆਂ ਨੂੰ ਇੰਨਾ ਕੁ ਪੜ੍ਹਾ ਦਈਏ ਕਿ ਉਹ ਉਹਨਾਂ ਦੇ ਵਾਸਤੇ ਦੀਆਂ ਜਿਹੜੀਆਂ ਨੌਕਰੀਆਂ, ਸਰਕਾਰੀ ਨੌਕਰੀਆਂ ਕਰ ਸਕਣ ਅਤੇ ਥੋੜ੍ਹੇ ਪੈਸਿਆਂ, ਥੋੜ੍ਹੇ ਵੇਤਨ ਦੇ ਵਿੱਚ ਹੀ ਉਹਨਾਂ ਦਾ ਕੰਮ ਚੱਲ ਜਾਏ। ਉਹ ਕਲਰਕ ਦੀਆਂ ਨੌਕਰੀਆਂ ਕਰ ਲੈਣ ਬਸ, ਬਾਕੀ ਉਹਨਾਂ ਦਾ ਬਹੁਤਾ ਐਜੂਕੇਟ ਕਰਨ ਦਾ
ਅੰਗਰੇਜ਼ਾਂ ਦਾ ਉਦੇਸ਼ ਨਹੀਂ ਸੀ, ਪਰ ਵੀ ਇਸ ਦਾ ਭਾਰਤੀਆਂ ਨੂੰ ਕਾਫੀ ਫਾਇਦਾ ਫਿਰ ਵੀ ਹੋ ਗਿਆ ਸੀ। ਨੀਲ ਵਿਦਰੋਹ ਤੇ ਨੋਟ ਲਿਖੋ। ਨੀਲ ਇੱਕ ਖੇਤੀ ਦੀ ਕਿਸਮ ਦਾ ਨਾਮ ਹੈ ਜਿਹੜੀ ਅੰਗਰੇਜ਼ਾਂ ਨੇ ਭਾਰਤ ਵਿੱਚ ਸ਼ੁਰੂ ਕੀਤੀ ਸੀ, ਬਿਹਾਰ ਵਿੱਚ ਅਤੇ ਬੰਗਾਲ ਦੇ ਵਿੱਚ। ਅਤੇ ਜਿਹੜੇ ਇਹਨਾਂ ਬਾਗਾਂ ਨੂੰ, ਨੀਲ ਦੇ ਬਾਗਾਂ ਨੂੰ ਚਲਾਉਣ ਵਾਲੇ ਸੀਗੇ, ਉਹ ਭਾਰਤੀ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ। ਉਹਨਾਂ ਕੋਲ 12-12 ਘੰਟੇ ਕੰਮ ਲੈਣਾ ਅਤੇ ਉਹਨਾਂ ਨੂੰ ਬਦਲੇ ਵਿੱਚ ਵੇਤਨ ਪੂਰਾ ਨਾ ਦੇਣਾ। ਇਸ ਕਰਕੇ ਅਤੇ ਕੁਛ ਹੋਰ ਉਹਨਾਂ ਦੇ ਕੋਲੋਂ ਲਗਾਨ ਅਤੇ ਹੋਰ ਐਸੀਆਂ ਸ਼ਰਤਾਂ ਹੋ ਗਈਆਂ ਕਿ ਅੰਗਰੇਜ਼ਾਂ ਨੇ ਟੈਕਸ ਬਹੁਤ ਲਗਾ ਦਿੱਤੇ, ਜਿਸ ਕਰਕੇ ਕਿਸਾਨਾਂ ਦਾ ਜੀਣਾ ਜਿਹੜਾ ਸੀ ਨਾ ਉਹ ਮੁਸ਼ਕਲ ਹੋ ਗਿਆ। ਹੁਣ ਬਿਹਾਰ ਅਤੇ ਬੰਗਾਲ ਦੇ ਕਿਸਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਸੀ ਚੰਪਾਰਨ ਨਾਮਕ ਸਥਾਨ 'ਤੇ ਵਿਦਰੋਹ ਕਰ ਦਿੱਤਾ। ਇਸ ਨੂੰ ਨੀਲ ਦਾ ਵਿਦਰੋਹ ਕਹਿੰਦੇ ਆ। ਇਹ ਵਿਦਰੋਹ ਜਿਹੜਾ ਸੀ ਕਾਫੀ ਹੱਦ ਤੱਕ ਸਫਲ ਰਿਹਾ। ਮਹਾਤਮਾ ਗਾਂਧੀ ਨੇ ਵੀ ਇਸ ਵਿੱਚ ਸਪੋਰਟ ਕੀਤਾ ਸੀ ਕਿਸਾਨਾਂ ਨੂੰ। ਨਾਮਧਾਰੀ ਲਹਿਰ ਕਦੋਂ ਅਤੇ ਕਿੱਥੇ ਅਤੇ ਕਿਸ ਨੇ ਚਲਾਈ? ਨਾਮਧਾਰੀ ਲਹਿਰ ਦਾ ਦੂਸਰਾ ਨਾਮ ਸੀਗਾ ਕੂਕਾ ਅੰਦੋਲਨ। ਇਹ ਅੰਦੋਲਨ 1857 ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਇਆ ਸੀਗਾ ਅਤੇ ਲੁਧਿਆਣੇ ਦੇ ਵਿੱਚ ਭੈਣੀ ਸਾਹਿਬ ਨਾਮਕ ਸਥਾਨ 'ਤੇ ਚਲਾਇਆ ਗਿਆ ਸੀ। ਬੇਸਿਕਲੀ ਇਹ ਇੱਕ ਅਹਿੰਸਾਤਮਕ ਲਹਿਰ ਸੀ ਜਿਹੜੀ ਕਿ ਸਮਾਜ ਸੁਧਾਰ ਤੋਂ ਸ਼ੁਰੂ ਹੋਈ ਅਤੇ ਹੌਲੀ ਹੌਲੀ ਇਸਨੇ ਰਾਜਨੀਤਿਕ ਪਕੜ ਵੀ ਬਣਾ ਲਈ, ਕਿਉਂਕਿ ਸਵਦੇਸ਼ੀ ਅਤੇ ਬਾਈਕਾਟ ਅਤੇ ਅਸਹਿਯੋਗ ਵਰਗੇ ਜਿਹੜੇ ਮੈਥਡ ਇਸ ਅੰਦੋਲਨ ਵਿੱਚ, ਲਹਿਰ ਵਿੱਚ ਯੂਜ਼ ਕੀਤੇ ਗਏ, ਉਹ ਬਾਅਦ ਵਿੱਚ ਇੰਡੀਅਨ ਨੈਸ਼ਨਲ ਮੂਵਮੈਂਟ ਦੇ ਵਿੱਚ ਬੜੇ ਕੰਮ ਆਏ ਸੀ। ਨੈਕਸਟ ਹੈਗਾ ਜੀ ਨਾਗਰਿਕ ਸ਼ਾਸਤਰ, ਲਾਸਟ ਪੋਰਸ਼ਨ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਵਸਤੂਨਿਸ਼ਟ ਦੇ ਵਿੱਚ ਕੀ ਹੈ ਜੀ? ਪ੍ਰਸਤਾਵਨਾ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਹੈ। ਗਲਤ। ਪ੍ਰਸਤਾਵਨਾ ਭਾਰਤੀ ਸੰਵਿਧਾਨ ਦੇ ਸ਼ੁਰੂ ਵਿੱਚ ਹੁੰਦੀ ਹੈ, ਠੀਕ ਹੈ ਨਾ। ਇਸ ਕਰਕੇ ਇਹ ਸਟੇਟਮੈਂਟ ਗਲਤ ਹੈ, ਇਹ ਕਥਨ ਗਲਤ ਹੈ। ਸਿੱਖਿਆ ਦਾ ਹੱਕ ਮੌਲਿਕ ਅਧਿਕਾਰ ਹੈ, ਇਹ ਕਥਨ ਸਹੀ ਹੈ। ਨੈਕਸਟ, ਵਿੱਤ ਬਿੱਲ ਸਿਰਫ ਲੋਕ ਸਭਾ ਸਦਨ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ, ਲੋਕ ਸਭਾ। ਨੈਕਸਟ, ਡਾਕਟਰ ਰਾਜਿੰਦਰ ਪ੍ਰਸਾਦ ਭਾਰਤ ਦੇ ਪ੍ਰਥਮ ਰਾਸ਼ਟਰਪਤੀ ਸਨ। ਪ੍ਰਥਮ ਮਤਲਬ ਪਹਿਲੇ ਰਾਸ਼ਟਰਪਤੀ ਸਨ, ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ 2 ਅੰਕਾਂ ਵਾਲੇ ਨੇ। ਕਾਨੂੰਨ ਦਾ ਕੀ ਮਹੱਤਵ ਹੈ? ਕਾਨੂੰਨ ਦਾ ਬਹੁਤ ਮਹੱਤਵ ਹੈ ਬਈ। ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ। ਇਸ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਸੰਸਦ ਕਾਨੂੰਨ ਬਣਾਉਂਦੀ ਹੈ ਅਤੇ ਇਸ ਪ੍ਰਣਾਲੀ ਦੇ ਵਿੱਚ ਕਾਨੂੰਨ ਸਰਵਉੱਚ ਹੁੰਦਾ ਹੈ। ਸਾਰੇ ਕਾਨੂੰਨ ਦੇ ਸਾਹਮਣੇ ਨੀਵੇਂ ਹੁੰਦੇ ਨੇ। ਸਾਰੀਆਂ ਸਰਕਾਰਾਂ ਨੂੰ, ਸਾਰਿਆਂ ਵਿਅਕਤੀਆਂ ਨੂੰ ਕਾਨੂੰਨ ਮੰਨਣਾ ਪੈਂਦਾ ਹੈ। ਸੋ ਕਾਨੂੰਨ ਦਾ ਰਾਜ ਹੈ ਭਾਰਤ ਵਿੱਚ। ਇਸ ਕਰਕੇ ਕਾਨੂੰਨ ਸਭ ਲਈ ਬਣਿਆ ਹੈ ਅਤੇ ਸਾਰਿਆਂ ਦੀ ਸਹਾਇਤਾ ਲਈ ਬਣਿਆ। ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨ ਦੇ ਅਨੁਸਾਰ ਹੀ ਸ਼ਾਸਨ ਚਲਾਇਆ ਜਾਂਦਾ ਹੈ। ਨੈਕਸਟ, ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਛੂਤਛਾਤ ਤੋਂ ਛੁਟਕਾਰਾ ਮਿਲਿਆ ਹੈ? ਆਰਟੀਕਲ 17, ਅਨੁਛੇਦ 17 ਰਾਹੀਂ ਛੂਤਛਾਤ ਤੋਂ ਛੁਟਕਾਰਾ ਮਿਲਿਆ ਹੈ। ਸੰਵਿਧਾਨ ਕਿਵੇਂ ਤਿਆਰ ਕੀਤਾ ਗਿਆ? ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਸਭਾ ਦਾ ਨਿਰਮਾਣ ਕੀਤਾ ਗਿਆ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਅੰਗਰੇਜ਼ਾਂ ਨੇ ਭਾਰਤ 'ਚੋਂ ਚਲੇ ਜਾਣਾ ਹੈ। ਇਸ ਕਰਕੇ ਸੰਵਿਧਾਨ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸੰਵਿਧਾਨ ਸਭਾ ਦਾ ਪ੍ਰਧਾਨ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਬਣਾਇਆ ਗਿਆ ਅਤੇ ਸੰਵਿਧਾਨ ਬਣਾਉਣ ਦੀ ਜਿਹੜੀ ਡਰਾਫਟ ਕਮੇਟੀ ਸੀ, ਜਿਸ ਨੂੰ ਕਿ ਮਸੌਦਾ ਕਮੇਟੀ ਕਹਿੰਦੇ ਨੇ, ਉਸ ਦਾ ਪ੍ਰਧਾਨ ਡਾਕਟਰ BR ਅੰਬੇਡਕਰ ਜੀ ਨੂੰ ਬਣਾਇਆ। 2 ਸਾਲ 11 ਮਹੀਨੇ ਅਤੇ 18 ਦਿਨ ਦੀ ਸਖਤ ਮਿਹਨਤ ਤੋਂ ਬਾਅਦ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ। 26 ਨਵੰਬਰ 1949 ਨੂੰ ਇਹ ਬਣ ਗਿਆ ਸੀ ਅਤੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਨੈਕਸਟ, ਜਾਤੀਵਾਦ ਦਾ ਭਾਰਤੀ ਲੋਕਤੰਤਰ 'ਤੇ ਕੀ ਅਸਰ ਪੈਂਦਾ ਹੈ? ਦੇਖੋ, ਲੋਕਤੰਤਰ ਦੇ ਉੱਪਰ ਜਾਤੀਵਾਦ ਦਾ ਬਹੁਤ ਹੀ ਮਾੜਾ ਅਸਰ ਪੈਂਦਾ ਹੈ, ਕਿਉਂਕਿ ਲੋਕ ਜਿਹੜੇ ਨੇ ਉਹ ਸਰਕਾਰ ਦਾ ਨਿਰਮਾਣ ਕਰਦੇ ਨੇ ਅਤੇ ਜਦੋਂ ਜਾਤੀਵਾਦ ਦੇ ਆਧਾਰ 'ਤੇ ਕੋਈ ਸਰਕਾਰ ਚੁਣੀ ਜਾਂਦੀ ਹੈ ਤਾਂ ਉਹ ਦੇਸ਼ ਦੇ ਵਿਕਾਸ ਲਈ ਕੰਮ ਘੱਟ ਕਰਦੀ ਹੈ ਅਤੇ ਉਹ ਜਾਤੀਵਾਦ ਨੂੰ ਗਲਤ ਤਰੀਕੇ ਨਾਲ ਮਿਸਯੂਜ਼ ਕਰਕੇ ਸਰਕਾਰ ਦਾ ਨਿਰਮਾਣ ਕਰਨਾ ਜਿਹੜਾ ਹੈ, ਇਹ ਲੋਕਤੰਤਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ। ਅਧਿਕਾਰ ਅਤੇ ਕਰਤੱਵ ਇੱਕ ਹੀ ਸਿੱਕੇ ਦੇ 2 ਪਹਿਲੂ ਹਨ। ਕਹਿਣ ਦਾ ਮਤਲਬ ਇਹ ਹੈ ਕਿ ਅਧਿਕਾਰ ਅਤੇ ਕਰਤੱਵ ਦੋਵੇਂ ਹੀ ਜ਼ਰੂਰੀ ਨੇ। ਮੌਲਿਕ ਅਧਿਕਾਰ 6 ਨੇ ਜਿਹੜੇ ਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਦਿੱਤੇ ਗਏ। ਮੌਲਿਕ ਕਰਤੱਵ ਹੈਗੇ 11 ਜਿਹੜੇ ਕਿ ਭਾਰਤੀ ਸੰਵਿਧਾਨ ਵਿੱਚ ਬਾਅਦ ਵਿੱਚ ਐਡ ਕੀਤੇ ਗਏ ਸੀ ਕਿਉਂਕਿ ਇਹਨਾਂ ਦੀ ਲੋੜ ਸੀ। ਮੌਲਿਕ ਅਧਿਕਾਰ ਅਮਰੀਕਾ ਦੇ ਸੰਵਿਧਾਨ ਤੋਂ ਬੋਰੋ ਕੀਤੇ ਗਏ ਅਤੇ ਮੌਲਿਕ ਕਰਤੱਵ ਰੂਸ ਦੇ ਸੰਵਿਧਾਨ ਤੋਂ। ਇੱਕ ਦੂਜੇ ਤੋਂ ਬਿਨਾਂ
ਇਹਨਾਂ ਦੀ ਕੋਈ ਹੋਂਦ ਨਹੀਂ ਹੈ। ਜੇਕਰ ਇੱਕ ਵਿਅਕਤੀ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦਾ ਤਾਂ ਉਹ ਆਪਣੇ ਅਧਿਕਾਰਾਂ ਨੂੰ ਵੀ ਚੰਗੀ ਤਰ੍ਹਾਂ ਮਾਣ ਨਹੀਂ ਸਕਦਾ। ਠੀਕ ਹੈ, ਸੋ ਦੋਨਾਂ ਦੀ ਹੋਂਦ ਜ਼ਰੂਰੀ ਹੈ। ਫੌਜਦਾਰੀ ਮਾਮਲੇ ਕੀ ਹੁੰਦੇ ਹਨ? ਦੀਵਾਨੀ ਅਤੇ ਫੌਜਦਾਰੀ ਮਾਮਲਿਆਂ ਵਿੱਚ ਅੰਤਰ ਦੱਸੋ। ਫੌਜਦਾਰੀ ਮਾਮਲੇ ਉਹ ਹੁੰਦੇ ਨੇ ਜਿਸ ਵਿੱਚ ਮਾਰ ਕੁਟਾਈ, ਲੜਾਈ ਝਗੜਾ, ਬਲਾਤਕਾਰ, ਮਰਡਰ, ਕਿਸੇ ਦੇ ਉੱਪਰ ਅਟੈਕ ਕਰਨਾ, ਇਸ ਤਰ੍ਹਾਂ ਦੇ ਜਿਹੜੇ ਕੇਸ ਹੁੰਦੇ ਨੇ ਇਹਨਾਂ ਨੂੰ ਫੌਜਦਾਰੀ ਮਾਮਲੇ ਕਿਹਾ ਜਾਂਦਾ। ਅਤੇ ਦੀਵਾਨੀ ਮਾਮਲੇ ਹੁੰਦੇ ਨੇ ਵੈਸੇ ਹੀ ਜਿਹੜਾ ਕੋਈ ਡਿਸਪਿਊਟ ਹੋ ਗਿਆ, ਕਿਸੇ ਗੱਲ ਦੇ ਉੱਤੇ ਝਗੜਾ ਹੋ ਗਿਆ, ਕਿਸੇ ਨੇ ਅਟੈਕ ਨਹੀਂ ਕੀਤਾ ਲੇਕਿਨ ਕਿਸੇ ਜ਼ਮੀਨ ਦਾ ਝਗੜਾ ਹੈ ਜਾਂ ਕੋਈ ਹੋਰ ਸਿਵਲ ਡਿਸਪਿਊਟ ਹੈ ਤਾਂ ਉਸ ਨੂੰ ਦੀਵਾਨੀ ਮਾਮਲੇ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਅਸੀਂ 8ਵੀਂ ਕਲਾਸ ਦਾ ਬੋਰਡ ਦਾ ਪੇਪਰ ਡਿਸਕਸ ਕੀਤਾ। ਸੋ ਇਸ ਲਿੰਕ ਮੈਂ ਸ਼ੇਅਰ ਕਰ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਇਸ ਪੇਪਰ ਦਾ। ਇਸ ਦੀ ਚੰਗੀ ਤਰ੍ਹਾਂ ਰਿਵੀਜ਼ਨ ਕਰੋ ਅਤੇ ਪੂਰੇ ਦੇ ਪੂਰੇ ਪੇਪਰ ਦੇ ਸਾਰੇ ਹੀ ਆਨਸਰ ਆਪਣੀ ਕਾਪੀ ਦੇ ਉੱਪਰ ਲਿਖਣੇ ਆ ਤੁਸੀਂ, ਤਾਂ ਹੀ ਤੁਹਾਡੇ ਪੇਪਰਾਂ ਦੀ ਤਿਆਰੀ ਹੋਏਗੀ। ਥੈਂਕ ਯੂ ਵੈਰੀ ਮੱਚ।